ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। TR2 PR ਫਾਈਲਾਂ ਬਾਰੇ ਜਾਣਕਾਰੀ, ਜਾਣੋ ਕਿੰਨੀਆਂ ਫਾਈਲਾਂ ਤੇ ਆਇਆ ਫੈਸਲਾ। ਸੂਬਿਆਂ ਨੇ ਕੱਢੇ ਕਈ ਡਰਾਅ, ਜਾਣੋ ਕਿੰਨੇ ਸੱਦੇ ਕੀਤੇ ਗਏ ਜਾਰੀ। ਬ੍ਰਿਟਿਸ਼ ਕੋਲੰਬੀਆ ਵਿੱਚ ਵੱਧ ਹੋਏ ਅਪਰਾਧਕ ਮਾਮਲੇ, ਇੱਕ ਰਿਪੋਰਟ ਵਿੱਚ ਆਈ ਜਾਣਕਾਰੀ। ਬਿਨਾਂ ਟੀਕੇ ਵਾਲਿਆਂ ਨੂੰ ਮਿਲੀ ਰਾਹਤ, ਹੁਣ ਕੰਮ ਤੇ ਜਾ ਸਕਣਗੇ ਵਾਪਸ। ਯੂਕਰੇਨ ਦੀ ਰੂਸ ਨੂੰ ਸਲਾਹ, ਪੁਤਿਨ ਨੂੰ ਦਿੱਤੀ ਨਸੀਹਤ। TR2 PR ਫਾਈਲਾਂ ਸੰਬੰਧੀ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ। ਵਿਭਾਗ ਵੱਲੋਂ ਦੱਸਿਆ ਗਿਆ ਕਿ TR2 PR ਨਾਲ ਸੰਬੰਧਿਤ ਕਿੰਨੀਆਂ ਫਾਈਲਾਂ ਦੇ ਉੱਪਰ ਉਹਨਾਂ ਵੱਲੋਂ ਫੈਸਲਾ ਸੁਣਾਇਆ ਗਿਆ। ਤਾਜ਼ਾ ਜਾਣਕਾਰੀ ਦੇ ਮੁਤਾਬਕ ਜੋ ਪਹਿਲਾ ਬੈਕਲੌਗ ਸੀ ਇਹਨਾਂ ਫਾਈਲਾਂ ਦਾ, ਉਸ ਦੇ ਵਿੱਚ ਹੁਣ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕਿੰਨਾ ਫਾਈਲਾਂ ਦਾ ਬੈਕਲੌਗ ਅਜੇ ਤੱਕ ਇਮੀਗ੍ਰੇਸ਼ਨ ਵਿਭਾਗ ਕੋਲ ਪਿਆ ਹੈ, ਇਸ ਬਾਰੇ ਵੀ ਉਹਨਾਂ ਵੱਲੋਂ ਡਿਟੇਲ ਦਿੱਤੀ ਗਈ। IRCC ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਕਿੰਨੀਆਂ ਫਾਈਲਾਂ ਦਾ ਬੈਕਲੌਗ ਕਲੀਅਰ ਕਰ ਦਿੱਤਾ ਗਿਆ। ਇਸ ਸੰਬੰਧੀ ਉਹਨਾਂ ਵੱਲੋਂ ਵੱਖ-ਵੱਖ ਪ੍ਰੋਗਰਾਮਸ ਦੀ ਡਿਟੇਲ ਦਿੱਤੀ ਗਈ ਹੈ। TR2 PR ਪ੍ਰੋਗਰਾਮ ਤਹਿਤ ਦਸੰਬਰ 15 ਤੱਕ ਇਮੀਗ੍ਰੇਸ਼ਨ ਵਿਭਾਗ ਕੋਲ 20,151 ਦਾ ਬੈਕਲੌਗ ਸੀ, ਜੋ ਕਿ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਚੁੱਕਾ ਹੈ। ਤਾਜ਼ਾ ਜਾਣਕਾਰੀ ਮੁਤਾਬਕ 28 ਫਰਵਰੀ 2022 ਤੱਕ TR2 PR ਤਹਿਤ ਫਾਈਲਾਂ ਦਾ ਬੈਕਲੌਗ 34,304 ਦੇ ਉੱਪਰ ਪਹੁੰਚ ਗਿਆ। ਇਸ ਤੋਂ ਇਲਾਵਾ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਕਿਹੜੇ ਪ੍ਰੋਗਰਾਮ ਤਹਿਤ ਕਿੰਨੀਆਂ ਫਾਈਲਾਂ ਦੇ ਉੱਪਰ ਫੈਸਲਾ ਸੁਣਾਇਆ ਜਾ ਚੁੱਕਿਆ ਹੈ। ਐਗਰੀ ਫੂਡ ਪਾਇਲਟ ਪ੍ਰੋਗਰਾਮ ਦੇ ਉੱਪਰ ਦਸੰਬਰ 15 2021 ਤੱਕ 737 ਸੀ, ਜੋ ਕਿ 28 ਫਰਵਰੀ 2022 ਤੱਕ 653 ਦਾ ਬੈਕਲੌਗ ਰਹਿ ਗਿਆ। ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਤਹਿਤ ਹੁਣ 2577 ਫਾਈਲਾਂ ਦਾ ਬੈਕਲੌਗ ਰਹਿ ਗਿਆ। ਕੈਨੇਡੀਅਨ ਐਕਸਪੀਰੀਅੰਸ ਕਲਾਸ ਤਹਿਤ 12,088, ਕੇਅਰਿੰਗ ਫॉर ਚਿਲड्रन ਪ੍ਰੋਗਰਾਮ ਤਹਿਤ 16,316, ਫੈਡਰਲ ਸੈਲਫ ਇੰਪਲਾਇਡ ਤਹਿਤ 5,181, ਫੈਡਰਲ ਸਕਿਲਡ ਵਰਕਰਸ ਤਹਿਤ 197, ਫੈਡਰਲ ਸਕਿਲਡ ਵਰਕਰਸ EE ਤਹਿਤ 45,437, ਹਾਈ ਮੈਡੀਕਲ ਨੀਡਸ ਪ੍ਰੋਗਰਾਮ ਤਹਿਤ 15, ਲਿਵ ਇਨ ਕੇਅਰ ਗਿਵਰ ਪ੍ਰੋਗਰਾਮ ਤਹਿਤ 1,328, ਕਿਊਬਿਕ ਐਂਟਰਪ੍ਰੈਨਿਓਰ ਤਹਿਤ 416, ਕਿਊਬਿਕ ਇਨਵੈਸਟਰਸ ਤਹਿਤ 13,845, ਕਿਊਬਿਕ ਸਕਿਲਡ ਵਰਕਰਸ ਤਹਿਤ 26,217, ਸਕਿਲਡ ਟ੍ਰੇਡ ਤਹਿਤ 632, ਸਟਾਰਟਅਪ ਬਿਜ਼ਨਸ ਤਹਿਤ 1,295 ਫਾਈਲਾਂ ਦਾ ਬੈਕਲੌਗ ਅਜੇ ਵੀ ਪਿਆ ਹੈ, ਜਿਸ ਦੇ ਉੱਪਰ ਫੈਸਲਾ ਸੁਣਾਇਆ ਜਾਣਾ ਬਾਕੀ ਹੈ। ਹੁਣ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਇਸ ਚੀਜ਼ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਫਾਈਲਾਂ ਦਾ ਬੈਕਲੌਗ ਕਲੀਅਰ ਕੀਤਾ ਜਾ ਸਕੇ। ਕੈਨੇਡਾ ਦੇ ਕਈ ਸੂਬਿਆਂ ਵੱਲੋਂ ਇੱਕ ਹਫ਼ਤੇ ਦੌਰਾਨ ਵੱਡੇ ਡਰਾਅ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ। ਇਸ ਖਬਰ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਹੜੇ ਸੂਬੇ ਵੱਲੋਂ ਕਿੰਨੇ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ਇਮੀਗ੍ਰੇਸ਼ਨ ਵਿਭਾਗ ਵੱਲੋਂ ਮਾਰਚ 14 ਤੋਂ 18 ਦੌਰਾਨ ਜਿਹੜੇ PNP ਡਰਾਅ ਕੱਢੇ ਗਏ, ਇਸ ਦੇ ਰਿਜ਼ਲਟ ਸਾਂਝੇ ਕੀਤੇ ਗਏ ਹਨ। ਇਸ ਲੰਘੇ ਹਫ਼ਤੇ ਵਿੱਚ ਕੈਨੇਡੀਅਨ ਪ੍ਰੋਵਿੰਸਿਸ ਵੱਲੋਂ ਕਈ ਡਰਾਅ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ। ਅਲਬਰਟਾ ਵੱਲੋਂ 8 ਮਾਰਚ ਨੂੰ ਡਰਾਅ ਦਾ ਐਲਾਨ ਕੀਤਾ ਗਿਆ, ਜਿੱਥੇ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ 350 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਅਲਬਰਟਾ ਐਕਸਪ੍ਰੈਸ ਐਂਟਰੀ ਸਟ੍ਰੀਮ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਸ ਡਰਾਅ ਵਿੱਚ ਇਨਵੀਟੇਸ਼ਨ ਹਾਸਲ ਕਰਨ ਦੇ ਲਈ ਉਮੀਦਵਾਰਾਂ ਕੋਲ ਘੱਟੋ-ਘੱਟ 318 ਸਕੋਰਸ ਹੋਣੇ ਜ਼ਰੂਰੀ ਸਨ। ਜਿਹੜੇ ਉਮੀਦਵਾਰਾਂ ਨੇ ਇਸ ਡਰਾਅ ਵਿੱਚ ਇਨਵੀਟੇਸ਼ਨ ਹਾਸਲ ਕਰਨਾ ਹੁੰਦਾ ਹੈ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਐਲੀਜੀਬਲ ਆਕੂਪੇਸ਼ਨ ਦਾ ਉਹਨਾਂ ਕੋਲ ਤਜਰਬਾ ਹੋਵੇ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ 14 ਮਾਰਚ ਨੂੰ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ 175 ਬ੍ਰਿਟਿਸ਼ ਕੋਲੰਬੀਆ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਕੁੱਲ 123 ਸੱਦੇ ਉਹਨਾਂ ਉਮੀਦਵਾਰਾਂ ਨੂੰ ਦਿੱਤੇ ਗਏ ਜਿਹੜੇ ਬ੍ਰਿਟਿਸ਼ ਕੋਲੰਬੀਆ ਟੈਕ ਡਰਾਅ ਤਹਿਤ ਸਨ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਈ ਉਹ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਬ ਕੈਟੇਗਰੀ ਵਿੱਚੋਂ ਸਨ, ਜਿਸ ਵਾਸਤੇ ਉਹਨਾਂ ਕੋਲ ਘੱਟੋ-ਘੱਟ 85 ਸਕੋਰਸ ਹੋਣੇ ਜ਼ਰੂਰੀ ਰਹੇ। ਪ੍ਰਿੰਸ ਐਡਵਰਡ ਆਈਲੈਂਡ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਡਰਾਅ 17 ਮਾਰਚ ਨੂੰ ਕੱਢਿਆ ਗਿਆ, ਜਿਸ ਵਿੱਚ 141 ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਉਹ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟ ਸਨ। ਇਹਨਾਂ ਕੋਲ ਕੁੱਲ 130 ਸਕੋਰਸ ਹੋਣੇ ਜ਼ਰੂਰੀ ਰਹੇ। 11 ਇਨਵੀਟੇਸ਼ਨ ਬਿਜ਼ਨਸ ਇੰਪੈਕਟ ਕੈਂਡੀਡੇਟਸ ਨੂੰ ਦਿੱਤੇ ਗਏ, ਜਿਸ ਵਾਸਤੇ ਉਹਨਾਂ ਨੂੰ 62 ਸਕੋਰਸ ਦੀ ਜ਼ਰੂਰਤ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਇਮੀਗ੍ਰੇਸ਼ਨ ਲੈਵਲਸ ਪਲਾਨ ਤੈਅ ਕੀਤਾ ਗਿਆ, ਉਸ ਮੁਤਾਬਕ ਇਸ ਵਾਰ ਵੀ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ। PNP ਕੋਟੇ ਤਹਿਤ ਕਾਫੀ ਵੱਡੀ ਗਿਣਤੀ ਤੈਅ ਕੀਤੀ ਗਈ ਹੈ, ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾਣਗੇ।
ਲਗਾਤਾਰ ਸੂਬੇ ਡਰਾਅ ਕਰਦੇ ਦਿਖਾਈ ਦੇ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਇਹਨਾਂ ਸੂਬਿਆਂ ਵੱਲੋਂ ਕਿੰਨੀ ਛੇਤੀ ਇਹ ਟਾਰਗੇਟ ਪੂਰਾ ਕੀਤਾ ਜਾਂਦਾ ਹੈ ਜੋ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਤੈਅ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲਾਂ ਦੇ ਮੁਕਾਬਲੇ ਅਪਰਾਧਕ ਮਾਮਲੇ ਵੱਧ ਹੋਏ ਨੇ। ਇਸ ਦੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਦਿੱਤੀ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦੇਖ ਕੇ ਪਤਾ ਚੱਲਦਾ ਹੈ ਕਿ ਕੈਨੇਡਾ ਭਰ ਵਿੱਚ ਕਿਵੇਂ ਪਹਿਲਾਂ ਦੇ ਮੁਕਾਬਲੇ ਅਪਰਾਧਕ ਮਾਮਲਿਆਂ ਵਿੱਚ ਜੋ ਵਾਧਾ ਹੈ ਉਹ ਦਰਜ ਕੀਤਾ ਗਿਆ। ਇਸ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਨਾਮ ਸਭ ਤੋਂ ਅੱਗੇ ਆਇਆ ਹੈ ਜਿਸ ਵਿੱਚ ਜ਼ਿਆਦਾ ਅਪਰਾਧਕ ਮਾਮਲੇ ਦਰਜ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਵਿੱਚ ਨਫ਼ਰਤੀ ਅਪਰਾਧ ਪਹਿਲਾਂ ਦੇ ਮੁਕਾਬਲੇ ਲਗਾਤਾਰ ਵਧ ਰਹੇ ਹਨ। ਜਾਣਕਾਰੀ ਮੁਤਾਬਕ ਕੋਵਿਡ ਪੈਂਡੈਮਿਕ ਦੇ ਪਹਿਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿੱਚ ਨਫ਼ਰਤੀ ਅਪਰਾਧਾਂ ਦੀ ਦਰ ਸਭ ਤੋਂ ਵੱਧ ਦਰਜ ਕੀਤੀ ਗਈ। ਦਰਅਸਲ ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਕੁਝ ਅੰਕੜੇ ਪੇਸ਼ ਕੀਤੇ ਗਏ ਨੇ ਜਿਸ ਤੋਂ ਇਹ ਸਾਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ। ਅੰਕੜੇ ਇਹ ਦੱਸਦੇ ਹਨ ਕਿ ਪੈਂਡੈਮਿਕ ਦੇ ਪਹਿਲੇ ਸਾਲ ਕੈਨੇਡਾ ਭਰ ਵਿੱਚ ਨਫ਼ਰਤੀ ਅਪਰਾਧਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਅਤੇ ਇਸ ਵਿੱਚ ਸਭ ਤੋਂ ਵੱਧ ਗਿਣਤੀ ਬ੍ਰਿਟਿਸ਼ ਕੋਲੰਬੀਆ ਸੂਬੇ ਅੰਦਰ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਵੱਲੋਂ 2020 ਦੇ ਅੰਕੜੇ ਪੇਸ਼ ਕੀਤੇ ਗਏ ਨੇ। ਇਨ੍ਹਾਂ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ 2019 ਦੇ ਮੁਕਾਬਲੇ ਨਫ਼ਰਤੀ ਅਪਰਾਧਾਂ ਵਿੱਚ 37% ਦਾ ਵਾਧਾ ਹੋਇਆ ਅਤੇ ਪੁਲਿਸ ਕੋਲ 2669 ਮਾਮਲੇ ਰਿਪੋਰਟ ਹੋਏ ਨੇ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇਨ੍ਹਾਂ ਨਫ਼ਰਤੀ ਅਪਰਾਧਾਂ ਅੰਦਰ 60% ਦਾ ਵਾਧਾ ਦਰਜ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਸਾਲ 2020 ਵਿੱਚ 198 ਨਫ਼ਰਤੀ ਅਪਰਾਧ ਦੇ ਮਾਮਲੇ ਦਰਜ ਹੋਏ ਜਿਸ ਮੁਤਾਬਕ ਹਰ 1 ਲੱਖ ਦੀ ਆਬਾਦੀ ਪਿੱਛੇ 10 ਮਾਮਲੇ ਵਾਪਰੇ ਹਨ। ਦੂਸਰਾ ਨੰਬਰ ਓਨਟਾਰੀਓ ਸੂਬੇ ਦਾ ਹੈ ਜਿੱਥੇ ਦਰ 1 ਲੱਖ ਦੀ ਆਬਾਦੀ ਪਿੱਛੇ 7.9% ਦਰਜ ਕੀਤੀ ਗਈ। 2019 ਤੋਂ ਬਾਅਦ 2020 ਦਾ ਜੋ ਅੰਕੜਾ ਸਾਹਮਣੇ ਆਇਆ ਉਸ ਦੇ ਮੁਤਾਬਕ ਨਫ਼ਰਤੀ ਅਪਰਾਧਾਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਡਾਟਾ ਮੁਤਾਬਕ 2019 ਦੇ ਮੁਕਾਬਲੇ 2020 ਵਿੱਚ ਨਸਲੀ ਅਪਰਾਧਾਂ ਦੇ ਮਾਮਲਿਆਂ ਵਿੱਚ ਤਕਰੀਬਨ ਦੁੱਗਣਾ ਵਾਧਾ ਹੋਇਆ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪੈਂਡੈਮਿਕ ਨੇ ਕੈਨੇਡਾ ਵਿੱਚ ਭਾਈਚਾਰਕ ਸੁਰੱਖਿਆ ਅਤੇ ਵਿਤਕਰੇ ਨਾਲ ਸੰਬੰਧਿਤ ਮੁੱਦਿਆਂ ਨੂੰ ਹੋਰ ਉਜਾਗਰ ਕਰ ਦਿੱਤਾ ਜਿਸ ਵਿੱਚ ਨਫ਼ਰਤੀ ਅਪਰਾਧ ਵੀ ਸ਼ਾਮਲ ਨੇ। ਇਸ ਤੋਂ ਇਲਾਵਾ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਇੰਡੀਜੀਅਸ ਕਮਿਊਨਿਟੀ ਨਾਲ ਸੰਬੰਧਿਤ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਕੈਨੇਡਾ ਭਰ ਵਿੱਚ ਪੁਲਿਸ ਨੂੰ ਰਿਪੋਰਟ ਕੀਤੇ ਗਏ ਅਪਰਾਧਾਂ ਦਾ ਇਹ 3% ਹੈ। ਦੱਸ ਦਈਏ ਕਿ ਧਰਮ ਅਪਰਾਧਕ ਨਫ਼ਰਤੀ ਮਾਮਲਿਆਂ ਵਿੱਚ 16% ਦੀ ਕਮੀ ਦਰਜ ਕੀਤੀ ਗਈ। ਇਹ ਕਮੀ ਮੁੱਖ ਤੌਰ ਤੇ ਇਸ ਲਈ ਹੈ ਕਿਉਂਕਿ ਕੈਨੇਡਾ ਭਰ ਵਿੱਚ ਮੁਸਲਿਮ ਆਬਾਦੀ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧਾਂ ਵਿੱਚ 55% ਦੀ ਕਮੀ ਆਈ। 2019 ਵਿੱਚ ਵਾਪਰੀਆਂ 182 ਘਟਨਾਵਾਂ ਦੇ ਮੁਕਾਬਲੇ 2020 ਦੌਰਾਨ 82 ਘਟਨਾਵਾਂ ਵਾਪਰੀਆਂ। ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਉਹਨਾਂ ਨੂੰ ਹੁਣ ਰਾਹਤ ਦਿੱਤੀ ਜਾ ਰਹੀ ਹੈ। ਅਪ੍ਰੈਲ ਮਹੀਨੇ ਕਈ ਬਿਨਾਂ ਵੈਕਸੀਨ ਵਾਲੇ ਆਪਣੇ ਕੰਮ ਦੇ ਉੱਪਰ ਵਾਪਸ ਜਾ ਸਕਣਗੇ। ਦਰਅਸਲ ਇਹ ਸਿਟੀ ਆਫ ਆਟਵਾ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕਈ ਕੰਮ ਵਾਲੀਆਂ ਥਾਵਾਂ ਵੱਲੋਂ ਸ਼ਰਤ ਰੱਖੀ ਗਈ ਸੀ ਕਿ ਇੱਥੇ ਸਿਰਫ ਉਹੀ ਦਾਖਲ ਹੋ ਸਕਣਗੇ ਜਿਹੜੇ ਕੋਰੋਨਾ ਵੈਕਸੀਨ ਦੇ ਦੋਨੋਂ ਸ਼ਾਟਸ ਹਾਸਲ ਕਰ ਲੈਣ। ਪਰ ਹੁਣ ਕਈ ਥਾਵਾਂ ਤੇ ਅਪ੍ਰੈਲ ਮਹੀਨੇ ਤੋਂ ਬਿਨਾਂ ਟੀਕੇ ਵਾਲਿਆਂ ਨੂੰ ਵੀ ਰਾਹਤ ਮਿਲ ਸਕੇਗੀ ਜਿੱਥੇ ਕਈ ਬਿਨਾਂ ਟੀਕੇ ਹਾਸਲ ਕਰਨ ਵਾਲੇ ਵਰਕਰਸ ਆਪਣੇ ਕੰਮ ਦੇ ਉੱਪਰ ਵਾਪਸ ਜਾ ਸਕਣਗੇ। ਇਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਉਹ ਅਨਵੈਕਸੀਨੇਟਡ ਵਰਕਰ ਨੇ ਜਿਹੜੇ ਘੱਟ ਹਾਈ ਰਿਸਕ ਸੈਟਿੰਗਸ ਦੇ ਵਿੱਚ ਕੰਮ ਕਰਦੇ ਨੇ। ਤਾਜ਼ਾ ਜਾਣਕਾਰੀ ਦੇ ਮੁਤਾਬਕ ਸਿਟੀ ਆਫ ਆਟਵਾ ਦੇ ਅਨਵੈਕਸੀਨੇਟਡ ਕਰਮਚਾਰੀ ਅਪ੍ਰੈਲ ਮਹੀਨੇ ਤੋਂ ਆਪਣੀਆਂ ਕੰਮ ਵਾਲੀਆਂ ਥਾਵਾਂ ਤੇ ਜਾ ਸਕਣਗੇ। ਦੱਸ ਦਈਏ ਕਿ ਸ਼ਹਿਰ ਵੱਲੋਂ ਇਹ ਗੱਲ ਮੈਂਡੇਟਰੀ ਕੀਤੀ ਗਈ ਸੀ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਹਾਸਲ ਕੀਤੇ ਸਿਰਫ ਉਹੀ ਕੰਮ ਵਾਲੀਆਂ ਥਾਵਾਂ ਤੇ ਆ ਸਕਣਗੇ। ਇਸ ਤੋਂ ਇਲਾਵਾ ਜਿਹੜੇ ਹਾਈ ਰਿਸਕ ਥਾਵਾਂ ਦੇ ਉੱਪਰ ਕੰਮ ਕਰਨ ਵਾਲੇ ਨੇ ਉਹਨਾਂ ਵਾਸਤੇ ਅਜੇ ਵੀ ਸਖਤੀ ਕੀਤੀ ਗਈ ਹੈ। ਇੱਥੇ ਸਿਟੀ ਆਫ ਆਟਵਾ ਦਾ ਕਹਿਣਾ ਹੈ ਕਿ ਜਿਹੜੇ ਹਾਈ ਰਿਸਕ ਥਾਵਾਂ ਤੇ ਕੰਮ ਕਰਨ ਵਾਲੇ ਅਨਵੈਕਸੀਨੇਟਡ ਨੇ ਉਹਨਾਂ ਦਾ ਕੰਮ ਤੇ ਪਰਤਣ ਦਾ ਸਮਾਂ ਅੱਗੇ ਵਧਾਇਆ ਜਾ ਰਿਹਾ ਹੈ। ਸਿਟੀ ਕੰਟਰੈਕਟਰਸ ਨੂੰ ਹੁਣ ਕੋਵਿਡ-19 ਵੈਕਸੀਨ ਹਾਸਲ ਕਰਨਾ ਲਾਜ਼ਮੀ ਨਹੀਂ ਹੋਵੇਗਾ। ਦੱਸਿਏ ਕਿ ਸੋਮਵਾਰ ਤੋਂ ਓਨਟਾਰੀਓ ਵਿੱਚ ਕਈ ਪਾਬੰਦੀਆਂ ਖਤਮ ਹੋਣ ਜਾ ਰਹੀਆਂ ਨੇ। ਇੱਥੇ ਜੋ ਮਾਸਕ ਸੰਬੰਧੀ ਸਖਤੀ ਕੀਤੀ ਗਈ ਉਸ ਵਿੱਚ ਵੀ ਹੁਣ ਰਾਹਤ ਦਿੱਤੀ ਜਾ ਰਹੀ ਹੈ। ਇਸ ਸੂਬੇ ਵਿੱਚ ਪਹਿਲਾਂ ਦੇ ਮੁਕਾਬਲੇ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ। ਇਹਨਾਂ ਹਾਲਾਤਾਂ ਨੂੰ ਹੀ ਧਿਆਨ ਵਿੱਚ ਰੱਖਦਿਆਂ ਪ੍ਰੋਵਿੰਸ ਵੱਲੋਂ ਹੁਣ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ। ਦੂਜੇ ਪਾਸੇ ਕਈ ਬਿਜ਼ਨਸ ਅਦਾਰੇ ਅਜਿਹੇ ਹਨ ਜਿਨ੍ਹਾਂ ਵੱਲੋਂ ਆਪਣੇ ਤੌਰ ਦੇ ਉੱਪਰ ਮਾਸਕ ਪਾਉਣ ਦੇ ਲਈ ਅਤੇ ਵੈਕਸੀਨੇਸ਼ਨ ਸਰਟੀਫਿਕੇਟ ਦੇ ਬਾਰੇ ਪੁੱਛਿਆ ਜਾਂਦਾ ਹੈ। ਪਰ ਓਨਟਾਰੀਓ ਅਤੇ ਹੋਰ ਕੈਨੇਡਾ ਦੇ ਕਈ ਸੂਬਿਆਂ ਵੱਲੋਂ ਕੋਰੋਨਾ ਪਾਬੰਦੀਆਂ ਸੰਬੰਧੀ ਵੱਡੀ ਰਾਹਤ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਹੀ ਕੋਰੋਨਾ ਵਾਇਰਸ ਕਾਰਨ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਬੰਦੀਆਂ ਲਗਾਈਆਂ ਗਈਆਂ। ਸਮੇਂ-ਸਮੇਂ ਤੇ ਇਹਨਾਂ ਪਾਬੰਦੀਆਂ ਵਿੱਚ ਰਾਹਤ ਦਿੱਤੀ ਗਈ ਪਰ ਜਿਵੇਂ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦਾ ਫੈਲਾਅ ਹੋਇਆ ਉਸ ਤੋਂ ਬਾਅਦ ਮੁੜ ਤੋਂ ਸੂਬਿਆਂ ਨੇ ਸਖਤੀ ਕਰ ਦਿੱਤੀ। ਪਰ ਜਿਵੇਂ ਹੁਣ ਇਸ ਦਾ ਪਸਾਰ ਵੀ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਸੂਬੇ ਇੱਕ ਵਾਰ ਫਿਰ ਤੋਂ ਰਾਹਤ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਯੂਕਰੇਨ ਵੱਲੋਂ ਰੂਸ ਨੂੰ ਸਲਾਹ ਦਿੱਤੀ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ
ਰਸ਼ੀਆ ਦੇ ਰਾਸ਼ਟਰਪਤੀ ਨੂੰ ਨਸੀਹਤ ਦਿੱਤੀ ਗਈ। ਹੁਣ ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜੇਕਰ ਰਸ਼ੀਆ ਜੰਗ ਖਤਮ ਨਹੀਂ ਕਰਦਾ ਤਾਂ ਇਸ ਦਾ ਖਾਮਿਆਜ਼ਾ ਉਹਨਾਂ ਨੂੰ ਕਾਫੀ ਸਮੇਂ ਤੱਕ ਭੁਗਤਣਾ ਪਵੇਗਾ। ਯੂਕਰੇਨ ਵੱਲੋਂ ਰਸ਼ੀਆ ਨੂੰ ਸਲਾਹ ਦਿੱਤੀ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਰਸ਼ੀਆ ਦੇ ਰਾਸ਼ਟਰਪਤੀ ਨੂੰ ਨਸੀਹਤ ਦਿੱਤੀ ਗਈ। ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਰੂਸ ਨੂੰ ਪੀੜ੍ਹੀਆਂ ਤੱਕ ਹੁਣ ਜੰਗ ਦੀ ਕੀਮਤ ਚੁਕਾਉਣੀ ਪਵੇਗੀ। ਲਗਾਤਾਰ ਯੂਕਰੇਨ ਨੂੰ ਰਸ਼ੀਆ ਦੀਆਂ ਫੌਜਾਂ ਘੇਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਇਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਰੂਸੀ ਫੌਜਾਂ ਵੱਡੇ ਸ਼ਹਿਰਾਂ ਨੂੰ ਘੇਰ ਕੇ ਅਜਿਹੀ ਸਥਿਤੀ ਬਣਾਉਣਾ ਚਾਹੁੰਦੀਆਂ ਨੇ ਕਿ ਯੂਕਰੇਨ ਦੇ ਨਾਗਰਿਕ ਉਹਨਾਂ ਦਾ ਸਹਿਯੋਗ ਕਰਨ। ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਇੱਕ ਵੱਡੀ ਚੇਤਾਵਨੀ ਦਿੱਤੀ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਰਸ਼ੀਆ ਆਪਣੀ ਰਣਨੀਤੀ ਵਿੱਚ ਕਾਮਯਾਬ ਨਹੀਂ ਹੋਏਗਾ। ਉਹਨਾਂ ਕਿਹਾ ਕਿ ਜੇਕਰ ਰੂਸ ਜੰਗ ਨਹੀਂ ਖਤਮ ਕਰਦਾ ਤਾਂ ਲੰਬੇ ਸਮੇਂ ਤੱਕ ਇਸ ਦਾ ਨੁਕਸਾਨ ਝੱਲਣਾ ਪਵੇਗਾ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਰਸ਼ੀਆ ਉੱਪਰ ਕਈ ਇਲਜ਼ਾਮ ਲਗਾਏ ਗਏ। ਉਹਨਾਂ ਦਾ ਕਹਿਣਾ ਹੈ ਕਿ ਰਸ਼ੀਆ ਵੱਲੋਂ ਮਨੁੱਖੀ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਰਸ਼ੀਆ ਵੱਲੋਂ ਜੋ ਕੀਤਾ ਜਾ ਰਿਹਾ ਉਸ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਦੱਸਿਆ ਗਿਆ। ਜ਼ਿਕਰਯੋਗ ਹੈ ਕਿ ਰਸ਼ੀਆ ਵੱਲੋਂ ਜੋ ਯੂਕਰੇਨ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਹੁਣ ਰੂਸ ਵੱਲੋਂ ਲਗਾਤਾਰ ਯੂਕਰੇਨ ਦੇ ਸ਼ਹਿਰਾਂ ਉੱਪਰ ਬੰਬ ਸੁੱਟੇ ਜਾ ਰਹੇ ਨੇ। ਹਾਲ ਹੀ ਵਿੱਚ ਖਬਰ ਸਾਹਮਣੇ ਆਈ ਸੀ ਕਿ 10 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ। ਇਹ ਘਟਨਾ ਇੱਕ ਗਰੋਸਰੀ ਸਟੋਰ ਦੇ ਨੇੜੇ ਵਾਪਰੀ ਸੀ। ਦੂਜੇ ਪਾਸੇ ਰਸ਼ੀਆ ਵੱਲੋਂ ਇਸ ਚੀਜ਼ਾਂ ਨੂੰ ਲੈ ਕੇ ਲਗਾਤਾਰ ਮਨਾ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ, ਪਰ ਯੂਕਰੇਨ ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਸ਼ੀਆ ਵੱਲੋਂ ਉਹਨਾਂ ਦੀਆਂ ਕਈ ਥਾਵਾਂ ਤੇ ਬੰਬ ਸੁੱਟੇ ਜਾ ਰਹੇ ਨੇ। ਪਿਛਲੇ ਦਿਨੀ ਇਹ ਵੀ ਜਾਣਕਾਰੀ ਮਿਲੀ ਸੀ ਕਿ ਇੱਕ 에ਅਰਪੋਰਟ ਦੇ ਉੱਪਰ ਵੀ ਰੂਸ ਵੱਲੋਂ ਮਿਸਾਈਲਾਂ ਦਾਗੀਆਂ ਗਈਆਂ, ਜਿਸ ਕਾਰਨ ਇੱਕ ਜਣਾ ਜ਼ਖਮੀ ਹੋਇਆ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਇਹ ਐਲਾਨ ਵਰਕਰਸ ਨਾਲ ਜੁੜਿਆ ਹੋਇਆ ਸੀ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਨਾਲ ਵਰਕਰਸ ਨੂੰ ਕੀ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਸ ਵਾਸਤੇ ਇੱਕ ਖਾਸ ਤੇ ਵੱਡਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਕੈਨੇਡਾ ਆਟੋਮੋਟਿਵ ਮੈਨੂਫੈਕਚਰਿੰਗ ਸੈਕਟਰ ਅਤੇ ਉਹਨਾਂ ਦੇ ਕਰਮਚਾਰੀਆਂ ਵਾਸਤੇ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਇਹਨਾਂ ਵਾਸਤੇ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। I also want to salute the extraordinary team of Honda Associates here who've been pushing excellence here in Alliston and throughout the supply chain for many, many years. It's great to be here in Alliston with Premier Ford for a big announcement that's going to make a big impact not just on people here, but on the Canadian automotive industry. Also happy to be joined by Minister Champagne and Minister Fedeli, as well as MP Tony Van Bynen from nearby, along with other local leaders. We're announcing great news today that is going to secure thousands of good middle-class jobs across Southern Ontario and build a strong, sustainable economy. La création de bons emplois est toujours une priorité pour notre gouvernement. On avait promis de rétablir l'emploi à son niveau d'avant la pandémie, et on travaille fort pour y arriver. In February, Canada added 337,000 jobs, and we've now recovered 112% of the jobs lost, with unemployment at its lowest rate since before the pandemic started. Canada is having one of the strongest economic recoveries on record, but we need to make sure that that recovery is sustainable and it creates good jobs and indeed good careers into the future. And that means understanding where the world is going and celebrating the fact that Honda sees that and sees Canada and Canadians as essential partners in moving forward that way. For decades, the automotive sector has helped Canada's economy grow and provided those good, high-paying jobs and careers. It also has helped build strong communities like right here in Alliston and around. Now, as we build a cleaner future, the automotive sector is a key partner in powering the way forward. Our auto workers have the expertise and skills to build low-emission vehicles, and we're here to support them. Today, we're pleased to partner with Honda and the Government of Ontario to upgrade Honda's Alliston production lines so that they can make hybrid electric models of their CR-V. The federal government
is making a $131.6 million contribution as part of Honda Canada's nearly $1.4 billion investment. This will support thousands of jobs here at Honda in Alliston, but thousands more jobs in the local economy and across the Canadian supply chain. It means clean, affordable vehicles for Canadians, but also cleaner air for us all and for future generations in our communities. 버ਗਰ ਕਿੰਗ ਦੀ ਪੈਰੈਂਟਲ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੀਆਂ ਸੇਵਾਵਾਂ ਰਸ਼ੀਆ ਵਿੱਚ ਬੰਦ ਨਹੀਂ ਕੀਤੀਆਂ ਜਾਣਗੀਆਂ। ਇਹ ਸੇਵਾਵਾਂ ਉਹਨਾਂ ਵੱਲੋਂ ਜਾਰੀ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਕਈ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਜਿਨ੍ਹਾਂ ਵੱਲੋਂ ਕਹਿ ਦਿੱਤਾ ਗਿਆ ਕਿ ਉਹ ਰਸ਼ੀਆ ਵਿੱਚ ਆਪਣਾ ਕਾਰੋਬਾਰ ਨਹੀਂ ਕਰਨਗੇ। ਕਈ ਵੱਡੀਆਂ ਕੰਪਨੀਆਂ ਵੱਲੋਂ ਰਸ਼ੀਆ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਕਈ ਮਲਟੀਨੈਸ਼ਨਲ ਕੰਪਨੀਆਂ ਦਾ ਨਾਮ ਸ਼ਾਮਿਲ ਹੈ। ਪਰ ਦੂਜੇ ਪਾਸੇ 버ਗਰ ਕਿੰਗ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਹਨਾਂ ਦੇ ਬਿਜ਼ਨਸ ਪਾਰਟਨਰ ਵੱਲੋਂ ਇਸ ਗੱਲ ਨੂੰ ਲੈ ਕੇ ਮਨਾ ਕਰ ਦਿੱਤਾ ਗਿਆ ਕਿ ਉਹ ਰਸ਼ੀਆ ਵਿੱਚ ਆਪਣਾ ਕੰਮ ਬੰਦ ਕਰਨਗੇ। ਜੀ ਹਾਂ, 버ਗਰ ਕਿੰਗ ਦੀ ਪੇਰੈਂਟ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਰਸ਼ੀਆ ਵਿੱਚ ਅਜੇ ਵੀ ਆਪਣਾ ਕੰਮ ਜਾਰੀ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਕਈ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਇਸ ਬਾਰੇ ਐਲਾਨ ਕਰ ਚੁੱਕੀਆਂ ਨੇ ਕਿ ਉਹਨਾਂ ਵੱਲੋਂ ਰਸ਼ੀਆ ਵਿੱਚ ਆਪਣਾ ਕੰਮ ਨਹੀਂ ਕੀਤਾ ਜਾਵੇਗਾ। ਜਾਣਕਾਰੀ ਲਈ ਦੱਸ ਦਈਏ ਕਿ 버ਗਰ ਕਿੰਗ ਰਸ਼ੀਆ ਵਿੱਚ 2010 ਦੌਰਾਨ ਆਇਆ, ਜਿੱਥੇ ਉਹਨਾਂ ਵੱਲੋਂ ਰਸ਼ੀਅਨ ਰੈਸਟੋਰੈਂਟ ਅਲੈਗਜ਼ੈਂਡਰ ਕੋਲੋਬੌਕ ਅਤੇ ਹੋਰ ਕਈ ਪਾਰਟਨਰਸ ਦੇ ਨਾਲ ਡੀਲ ਕੀਤੀ ਗਈ। ਦੱਸ ਦਈਏ ਕਿ ਕੋਲੋਬੌਗ ਇਸ ਚੀਜ਼ ਨੂੰ ਲੈ ਕੇ ਰਿਸਪੌਂਸਿਬਲ ਹੈ ਕਿ ਉਸ ਵੱਲੋਂ 800 버ਗਰ ਕਿੰਗ ਲੋਕੇਸ਼ਨਸ ਨੂੰ ਆਪਰੇਟ ਕੀਤਾ ਜਾਂਦਾ ਹੈ ਜੋ ਕਿ ਰਸ਼ੀਆ ਦੇ ਵਿੱਚ ਨੇ। ਕੰਪਨੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਰਸ਼ੀਅਨ ਫਰੈਂਚਾਈਜ਼ੀ ਦੀਆਂ ਉਹਨਾਂ ਵੱਲੋਂ ਸਾਰੀਆਂ ਸਪੋਰਟ ਕੱਟ ਕਰ ਦਿੱਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਕਈ ਕੰਪਨੀਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਉਹਨਾਂ ਵੱਲੋਂ ਆਪਣਾ ਕੰਮ ਜਾਣੀ ਕਿ ਕਾਰੋਬਾਰ ਰਸ਼ੀਆ ਵਿੱਚ ਬੰਦ ਕੀਤਾ ਜਾ ਰਿਹਾ ਹੈ। ਦਰਅਸਲ ਜੋ ਇਸ ਸਮੇਂ ਰਸ਼ੀਆ ਵੱਲੋਂ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ ਹੈ, ਉਸ ਤੋਂ ਬਾਅਦ ਕਈ ਕੰਪਨੀਆਂ ਵੱਲੋਂ ਤੇ ਕਈ ਆਰਗੇਨਾਈਜੇਸ਼ਨਸ ਵੱਲੋਂ ਰਸ਼ੀਆ ਬਾਰੇ ਵੱਡੇ ਐਲਾਨ ਕੀਤੇ ਗਏ ਨੇ। ਇੱਕ ਹਾਦਸੇ ਵਿੱਚ 2 ਜਾਣਿਆਂ ਦੀ ਮੌਤ ਹੋ ਗਈ, ਜਿਸ ਬਾਰੇ ਪੁਲਿਸ ਵੱਲੋਂ ਡਿਟੇਲ ਦਿੱਤੀ ਗਈ ਹੈ। ਇਹਨਾਂ 2 ਜਾਣਿਆਂ ਦੇ ਨਾਮ ਅਜੇ ਜਨਤਕ ਨਹੀਂ ਕੀਤੇ ਗਏ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ। ਹੈਮਿਲਟਨ ਤੋਂ ਇੱਕ ਹਾਦਸੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਬਾਰੇ ਪੁਲਿਸ ਵੱਲੋਂ ਡਿਟੇਲ ਦਿੱਤੀ ਗਈ। ਇੱਥੇ ਜੋ ਹਾਦਸਾ ਵਾਪਰਿਆ ਉਸ ਵਿੱਚ 2 ਜਾਣਿਆਂ ਦੀ ਮੌਤ ਹੋ ਗਈ। ਐਮਰਜੈਂਸੀ ਕ੍ਰੂਜ਼ ਨੂੰ 2 ਵਜੇ ਦੇ ਕਰੀਬ ਕਿੰਗ ਸਟਰੀਟਸ ਨੇੜਿਓਂ ਕਈ ਵਾਹਨ ਟਕਰਾਉਣ ਦੇ ਬਾਰੇ ਜਾਣਕਾਰੀ ਮਿਲੀ। ਹੈਮਿਲਟਨ ਪੈਰਾਮੈਡਿਕਸ ਨੇ ਕਿਹਾ ਕਿ ਇਸ ਹਾਦਸੇ ਦੇ ਵਿੱਚ 3 ਜਾਣੇ ਪ੍ਰਭਾਵਿਤ ਹੋਏ, ਜਾਣੀ ਕਿ 3 ਮੇਲਸ ਇਸ ਵਿੱਚ ਇਨਵੋਲਵ ਪਾਏ ਗਏ। ਇੱਕ ਵਾਹਨ ਖੰਭੇ ਨਾਲ ਜਾ ਕੇ ਟਕਰਾ ਗਿਆ, ਜਿੱਥੇ ਉਸ ਨੂੰ ਅੱਗ ਲੱਗ ਗਈ ਤੇ ਬਾਅਦ ਦੇ ਵਿੱਚ ਹੁਣ ਪੈਰਾਮੈਡਿਕਸ ਵੱਲੋਂ ਦੱਸਿਆ ਗਿਆ ਕਿ 2 ਜਾਣਿਆਂ ਨੂੰ ਘਟਨਾ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇੱਕ ਪੀੜਤ ਨੂੰ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਜਿਸ ਥਾਂ ਦੇ ਉੱਪਰ ਹਾਦਸਾ ਵਾਪਰਿਆ ਉਸ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਇਸ ਮਾਮਲੇ ਨਾਲ ਜੁੜੇ ਹੋਏ ਪੀੜਤਾਂ ਦੇ ਨਾਮ ਵੀ ਪੁਲਿਸ ਵੱਲੋਂ ਅਜੇ ਜਨਤਕ ਨਹੀਂ ਕੀਤੇ ਗਏ। ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਹਾਦਸਾ ਕਿਵੇਂ ਅਤੇ ਕਿਸ ਤਰ੍ਹਾਂ ਵਾਪਰਿਆ। ਪੁਲਿਸ ਵੱਲੋਂ ਬਾਕੀ ਦੀ ਜਾਣਕਾਰੀ ਕੁਝ ਸਮੇਂ ਬਾਅਦ ਸਾਂਝੀ ਕੀਤੀ ਜਾਵੇਗੀ। ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ, ਜਿਸ ਬਾਰੇ ਪੁਲਿਸ ਵੱਲੋਂ ਡਿਟੇਲ ਦਿੱਤੀ ਗਈ। ਫਿਲਹਾਲ ਇਸ ਦਾ ਜਾਣੀ ਕਿ ਪੀੜਤ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਮਾਮਲੇ ਦੀ ਅਜੇ ਪੜਤਾਲ ਜਾਰੀ ਹੈ। ਐਪਸਫੋਰਡ ਦੇ ਵਿੱਚ ਇੱਕ ਹਾਦਸਾ ਵਾਪਰਿਆ, ਜਿਸ ਕਾਰਨ ਸਾਈਕਲਿਸਟ ਦੀ ਮੌਤ ਹੋ ਗਈ। ਇਹ ਮਾਮਲਾ 3:30 ਦੇ ਕਰੀਬ ਸਾਹਮਣੇ ਆਇਆ, ਜਿਸ ਦੀ ਜਾਣਕਾਰੀ ਐਪਸਫੋਰਡ ਪੁਲਿਸ ਵੱਲੋਂ ਸਾਂਝੀ ਕੀਤੀ ਗਈ। ਐਪਸਫੋਰਡ ਪੁਲਿਸ ਕਾਂਸਟੇਬਲ ਦਾ ਕਹਿਣਾ ਹੈ ਕਿ ਐਮਰਜੈਂਸੀ ਕ੍ਰੂਜ਼ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਸਾਈਕਲਿਸਟ ਨੂੰ ਕੁਝ ਗੰਭੀਰ ਸੱਟਾਂ ਆਈਆਂ ਹੋਈਆਂ ਸਨ। ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਵਾਹਨ ਦਾ ਡਰਾਈਵਰ ਘਟਨਾ ਵਾਲੀ ਥਾਂ ਤੇ ਹੀ ਮੌਜੂਦ ਸੀ ਤੇ ਉਸ ਵੱਲੋਂ ਜਾਂਚ ਵਿੱਚ ਸਹਿਯੋਗ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੱਟਾਂ ਤਾਂ ਨਹੀਂ ਆਈਆਂ, ਪਰ ਜਦੋਂ ਉਹ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਵੱਲੋਂ ਦੇਖਿਆ ਗਿਆ ਕਿ ਡਰਾਈਵਰ ਕਿਸ ਤਰ੍ਹਾਂ ਘਬਰਾਇਆ ਹੋਇਆ ਸੀ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਜੋ ਪੀੜਤ ਹੈ ਉਹ ਸਾਈਕਲਿਸਟ ਹੈ। ਉਸ ਦਾ ਨਾਮ ਅਤੇ ਬਾਕੀ ਦੀ ਜਾਣਕਾਰੀ ਅਜੇ ਉਹਨਾਂ ਵੱਲੋਂ ਸਾਂਝੀ ਨਹੀਂ ਕੀਤੀ ਗਈ। ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਬਾਕੀ ਦੀ ਜਾਣਕਾਰੀ ਬਾਅਦ ਦੇ ਵਿੱਚ ਸਾਂਝੀ ਕੀਤੀ ਜਾਏਗੀ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕੋਈ ਇਸ ਘਟਨਾ ਨਾਲ ਜੁੜਿਆ ਹੋਇਆ ਵਿਟਨੈਸ ਹੈ ਜਾਂ ਫਿਰ ਕਿਸੇ ਕੋਲ ਕੋਈ ਡੈਸ਼ ਕੈਮ ਫੁਟੇਜ ਹੈ ਤਾਂ ਪੁਲਿਸ ਨਾਲ 6048595225 ਦੇ ਉੱਪਰ ਜਾਣਕਾਰੀ ਸਾਂਝੀ ਕਰ ਸਕਦਾ ਹੈ। ਇੱਕ ਮਸਜਿਦ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕੁਝ ਲੋਕਾਂ ਦੇ ਉੱਪਰ ਇੱਕ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ। ਇਹਨਾਂ ਲੋਕਾਂ ਦੇ ਉੱਪਰ ਇੱਕ ਸਪਰੇਅ ਜਿਹੜੀ ਹੈ ਉਹ ਵਿਅਕਤੀ ਵੱਲੋਂ ਛਿੜਕੀ ਗਈ। ਪੁਲਿਸ ਵੱਲੋਂ ਪੁਲਿਸ ਵੱਲੋਂ ਇਸ ਘਟਨਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਾਮਲਾ ਓਨਟਾਰੀਓ ਤੋਂ ਸਾਹਮਣੇ ਆਇਆ, ਜਿੱਥੇ ਮਸਜਿਦ ਵਿੱਚ ਗਏ ਕੁਝ ਲੋਕਾਂ ਦੇ ਉੱਪਰ ਇੱਕ ਵਿਅਕਤੀ ਵੱਲੋਂ ਹਮਲਾ ਕਰ ਦਿੱਤਾ ਗਿਆ।
ਹੁਣ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਦੀ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਘਟਨਾ ਬਾਰੇ ਡਿਟੇਲ ਪੀਲ ਪੁਲਿਸ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ 6:57 ਦੇ ਕਰੀਬ ਸਾਹਮਣੇ ਆਇਆ। ਜਦੋਂ ਆਫੀਸਰਸ ਮੌਸਕ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕੁਝ ਲੋਕਾਂ ਉੱਪਰ ਸਪਰੇਅ ਕੀਤੀ ਹੋਈ ਸੀ। ਇਸ ਤੋਂ ਇਲਾਵਾ ਕੁਝ ਵਿਅਕਤੀਆਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਇਸ ਵਿਅਕਤੀ ਕੋਲ ਕੁਝ ਤੇਜ਼ਧਾਰ ਚੀਜ਼ਾਂ ਵੀ ਸਨ। ਪੀਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ 24 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ, ਜੋ ਕਿ ਮਿਸੀਸਾਗਾ ਨਾਲ ਸੰਬੰਧਿਤ ਦੱਸਿਆ ਗਿਆ। ਜਿਸ ਸਮੇਂ ਮਸਜਿਦ ਵਿੱਚ ਲੋਕਾਂ ਵੱਲੋਂ ਅਰਦਾਸ ਕੀਤੀ ਜਾ ਰਹੀ ਸੀ, ਉਸ ਵੇਲੇ ਇਸ ਵਿਅਕਤੀ ਵੱਲੋਂ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਸੰਬੰਧੀ ਕਿਸੇ ਨੂੰ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ 905 453 2121 ਜਾਂ ਫਿਰ ਪੀਲ ਕ੍ਰਾਈਮ ਸਟਾਪਰਸ ਨਾਲ 1800 222 8477 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਮੌਂਟਰੀਅਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 15 ਮਿੰਟ ਦੇ ਦੌਰਾਨ 3 ਵੱਡੀਆਂ ਘਟਨਾਵਾਂ ਵਾਪਰੀਆਂ। 2 ਗੋਲੀਬਾਰੀ ਦੀਆਂ ਘਟਨਾਵਾਂ ਤੇ ਇੱਕ ਛੁਰੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤਿੰਨਾਂ ਘਟਨਾਵਾਂ ਦਾ ਆਪਸ ਵਿੱਚ ਸੰਬੰਧ ਨਹੀਂ ਹੈ। ਇਸ ਦੌਰਾਨ 3 ਜਾਣੇ ਜ਼ਖਮੀ ਹੋਏ ਨੇ। ਮੌਂਟਰੀਅਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕੁਝ ਹੀ ਮਿੰਟਾਂ ਦੌਰਾਨ 3 ਵਾਰਦਾਤਾਂ ਵਾਪਰੀਆਂ। ਇੱਥੇ 2 ਗੋਲੀਬਾਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਤੇ ਇੱਕ ਛੁਰੇਬਾਜ਼ੀ ਦੀ ਘਟਨਾ ਵੀ ਸਾਹਮਣੇ ਆਈ। ਇਹਨਾਂ 3 ਘਟਨਾਵਾਂ ਵਿੱਚ 3 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਹੁਣ ਇਹਨਾਂ ਮਾਮਲਿਆਂ ਦੀ ਪੜਤਾਲ ਮੌਂਟਰੀਅਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ 15 ਮਿੰਟ ਦੇ ਸਮੇਂ ਦੌਰਾਨ 3 ਘਟਨਾਵਾਂ ਸਾਹਮਣੇ ਆਈਆਂ। ਪੁਲਿਸ ਦਾ ਕਹਿਣਾ ਹੈ ਕਿ ਇਹ 3 ਘਟਨਾਵਾਂ ਆਪਸ ਵਿੱਚ ਜੁੜੀਆਂ ਹੋਈਆਂ ਨਹੀਂ ਨੇ। ਪਹਿਲਾ ਮਾਮਲਾ 10:15 ਦੇ ਕਰੀਬ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਇਹ ਵਿਅਕਤੀ ਪੁਲਿਸ ਨੂੰ ਇੱਕ ਵਾਹਨ ਵਿੱਚ ਮਿਲਿਆ, ਜਿਸ ਬਾਰੇ ਮੌਂਟਰੀਅਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਇੱਕ 35 ਸਾਲਾ ਵਿਅਕਤੀ ਦੇ ਉੱਪਰ ਗੋਲੀਆਂ ਲੱਗਣ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਅੱਪਰ ਬਾਡੀ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਸਨ। ਇਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਠੀਕ ਇਸ ਦੇ 1 ਮਿੰਟ ਬਾਅਦ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 19 ਸਾਲਾ ਪੀੜਤ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਜ਼ਖਮੀ ਹਾਲਤ ਵਿੱਚ ਇਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹਨਾਂ ਮਾਮਲਿਆਂ ਸੰਬੰਧੀ ਅਜੇ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਨੂੰ ਜ਼ਿਆਦਾ ਡਿਟੇਲ ਇਸ ਬਾਰੇ ਪਤਾ ਨਹੀਂ ਲੱਗੀ। ਜਿਹੜੇ ਇਹਨਾਂ 3 ਘਟਨਾਵਾਂ ਵਿੱਚ 3 ਜਾਣੇ ਜ਼ਖਮੀ ਹੋਏ ਨੇ, ਉਹਨਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਖਬਰ ਵਿੱਚ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੀ ਸਥਿਤੀ ਬਣੀ ਹੋਈ ਹੈ, ਤੁਹਾਨੂੰ ਜਾਣੂ ਕਰਵਾਵਾਂਗੇ ਇਸ ਖਬਰ ਰਾਹੀਂ। ਓਨਟਾਰੀਓ ਦੇ ਹਸਪਤਾਲ ਵਿੱਚ 613 ਮਰੀਜ਼ ਨੇ, ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਓਨਟਾਰੀਓ ਵਿੱਚ ਇੰਟੈਂਸਿਵ ਕੇਅਰ ਅਧੀਨ 185 ਦੀ ਗਿਣਤੀ ਦੱਸੀ ਗਈ। ਇਸ ਸੂਬੇ ਤੋਂ 24 ਘੰਟਿਆਂ ਦੌਰਾਨ 2078 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ। ਦੱਸ ਦਈਏ ਕਿ ਹੁਣ ਤੱਕ 11 ਲੱਖ ਤੋਂ ਵੱਧ ਇੱਥੇ ਕੁੱਲ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਵੈਕਸੀਨੇਸ਼ਨ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 90.8% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਹਾਸਲ ਕੀਤੀ ਗਈ। 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 83.3% ਦੀ ਆਬਾਦੀ ਉਹ ਹੈ ਜੋ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ। ਇੱਥੇ ਕਾਫੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਲਗਵਾ ਲਈ ਗਈ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਪਾਬੰਦੀਆਂ ਵਿੱਚ ਵੀ ਰਾਹਤ ਦਿੱਤੀ ਜਾ ਰਹੀ ਹੈ। ਸੋਮਵਾਰ ਤੋਂ ਹੁਣ ਕਾਫੀ ਸਖਤੀਆਂ ਦੇ ਵਿੱਚ ਢਿੱਲ ਹੋਣ ਜਾ ਰਹੀ ਹੈ, ਜਿਸ ਬਾਰੇ ਸਰਕਾਰ ਵੱਲੋਂ ਕੁਝ ਸਮੇਂ ਪਹਿਲਾਂ ਐਲਾਨ ਕਰ ਦਿੱਤਾ ਗਿਆ ਸੀ। ਕਈ ਥਾਵਾਂ ਤੇ ਹੁਣ ਮਾਸਕ ਸੰਬੰਧੀ ਵੀ ਰਾਹਤ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਕੋਵਿਡ-19 ਵੈਕਸੀਨ ਪਾਸਪੋਰਟ ਸਿਸਟਮ ਸੰਬੰਧੀ ਵੀ ਰਾਹਤ ਹੋਵੇਗੀ। ਕਿਊਬਿਕ ਦੇ ਹਸਪਤਾਲ ਵਿੱਚ 1021 ਮਰੀਜ਼ਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 45 ਦੀ ਗਿਣਤੀ ਦੱਸੀ ਗਈ ਹੈ। ਸੂਬੇ ਤੋਂ 24 ਘੰਟਿਆਂ ਦੌਰਾਨ 1170 ਕੁੱਲ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 13 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 9,42,282 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 14,245 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਕੋਵਿਡ-19 ਵੈਕਸੀਨ ਦੀ ਜਾਣਕਾਰੀ ਮੁਤਾਬਕ 5 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 91% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦਾ ਇੱਕ ਟੀਕਾ ਲਗਵਾਇਆ ਗਿਆ। 87% ਦੀ ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ 2 ਟੀਕੇ ਹਾਸਲ ਕੀਤੇ। 52% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਬੂਸਟਰ ਸ਼ਾਟ ਵੀ ਲਗਵਾਇਆ ਗਿਆ ਹੈ, ਜਿਸ ਨਾਲ ਇਹਨਾਂ ਲੋਕਾਂ ਦੀ ਗਿਣਤੀ ਉਹਨਾਂ ਵਿੱਚ ਆ ਜਾਂਦੀ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਹਾਸਲ ਕੀਤੇ ਗਏ ਨੇ। ਕਿਊਬਿਕ ਵਿੱਚ ਵੀ ਵੈਕਸੀਨੇਸ਼ਨ ਰੇਟ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਪਾਬੰਦੀਆਂ ਵਿੱਚ ਰਾਹਤ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। TR2 PR ਫਾਈਲਾਂ ਬਾਰੇ ਜਾਣਕਾਰੀ, ਜਾਣੋ ਕਿੰਨੀਆਂ ਫਾਈਲਾਂ ਤੇ ਆਇਆ ਫੈਸਲਾ। ਸੂਬਿਆਂ ਨੇ ਕੱਢੇ ਕਈ ਡਰਾ, ਜਾਣੋ ਕਿੰਨੇ ਸੱਦੇ ਕੀਤੇ ਗਏ ਜਾਰੀ। ਬ੍ਰਿਟਿਸ਼ ਕੋਲੰਬੀਆ ਵਿੱਚ ਵੱਧ ਹੋਏ ਅਪਰਾਧਕ ਮਾਮਲੇ, ਇੱਕ ਰਿਪੋਰਟ ਵਿੱਚ ਆਈ ਜਾਣਕਾਰੀ। ਬਿਨਾਂ ਟੀਕੇ ਵਾਲਿਆਂ ਨੂੰ ਮਿਲੀ ਰਾਹਤ, ਹੁਣ ਕੰਮ ਤੇ ਜਾ ਸਕਣਗੇ ਵਾਪਸ। ਯੂਕਰੇਨ ਦੀ ਰੂਸ ਨੂੰ ਸਲਾਹ, ਪੁਤਿਨ ਨੂੰ ਦਿੱਤੀ ਨਸੀਹਤ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।